ਆਪਾਂ ਸਭ ਨੂੰ ਪਤਾ ਵਾ ਕਿ ਪਹਿਲਾਂ GST ਜਿਹੜਾ ਬਿੱਲ ਪਾਸ ਹੋਇਆ ਉਸਨੇ ਸਾਰੇ ਸੂਬਿਆਂ ਦੇ ਵਿੱਤੀ ਅਧਿਕਾਰ ਖੋਲੇ। ਵਨ ਨੇਸ਼ਨ ਵਨ ਟੈਕਸ ਇਸ ਆੜ ਵਿੱਚ ਅੱਜ ਸਟੇਟਸ ਜਿਹੜੀਆਂ ਨੇ ਉਹ ਆਲਮੋਸਟ ਗਲੋਰੀਫਾਈਡ ਮਿਊਨਿਸਪੈਲਿਟੀਆਂ ਬਣ ਕੇ ਰਹਿ ਗਈਆਂ। MSP ਭਾਵਾਂ BJP ਦੀ ਸਰਕਾਰ ਕਿੰਨਾ ਹੀ ਕਹੀ ਜਾਵੇ ਕਿ ਨਹੀਂ ਖਤਮ ਕਰਾਂਗੇ, ਉਹ ਹੈ ਹੀ 3 ਸੂਬਿਆਂ ਦੇ ਕੋਲ ਪ੍ਰਚਲਿਤ ਹੈ ਇਸ ਵੇਲੇ। ਅੱਜ ਉਹ ਕਹਿ ਰਹੇ ਨੇ, ਪਰ ਸਮਾਂ ਆਉਣ ਤੇ ਅੱਜ ਤੋਂ 3 ਸਾਲ 2 ਸਾਲ ਬਾਅਦ ਆਪਾਂ ਸਭ ਨੂੰ ਪਤਾ ਵਾ ਕਿ ਕ੍ਰੈਡੀਬਿਲਿਟੀ ਜਿਹੜੀ ਇੰਡੀਅਨ ਪੋਲੀਟੀਸ਼ੀਅਨਸ ਦੀ ਉਹ ਬਹੁਤ ਪੂਅਰ ਹੈ। ਜਿਹੜਾ ਦੇਸ਼ ਇੱਕ ਨੈਸ਼ਨਲ ਕਮਿਟਮੈਂਟ ਜਿਹੜੀ ਕੀਤੀ ਸੀ ਜੰਮੂ ਕਸ਼ਮੀਰ ਦੇ ਨਾਲ, ਉਹ ਸਟੇਟ ਨੂੰ ਤੋੜ ਕੇ 2 ਟੋਟੇ ਕਰਕੇ ਉਹਦੀ ਯੂਨੀਅਨ ਟੈਰੀਟਰੀਜ਼ ਬਣਾ ਸਕਦੀ ਹੈ, ਤੇ ਉਹ MSP ਖੋਣ ਲੱਗੇ ਤਾਂ 5 ਮਿੰਟ ਵੀ ਨਹੀਂ ਲਾਉਣਗੇ। ਇਸ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਨਾਲ ਜਿਹੜਾ ਸੂਬਿਆਂ ਦੇ ਕੋਲ ਪਾਵਰ ਸੈਕਟਰ ਦੇ ਵਿੱਚ ਅਧਿਕਾਰ ਆ, ਉਹਨਾਂ ਦੇ ਉੱਤੇ ਡਾਕਾ ਸਾਡੇ ਰੈਗੂਲੇਟਰ ਲਾਉਣ ਦਾ ਜਿਹੜਾ ਅਧਿਕਾਰ ਹੈ ਉਹ ਸਾਡੇ ਕੋਲ ਖੋਇਆ ਜਾਵੇਗਾ। ਤੇ ਜਿਹੜੇ 3 ਆਰਡੀਨੈਂਸਸ ਐਂਟੀ ਫਾਰਮਰ, ਐਂਟੀ ਪੰਜਾਬ ਔਰ ਫੈਡਰਲ ਢਾਂਚੇ ਉੱਤੇ ਵੱਡਾ ਹਮਲਾ ਨੇ ਦੋਨਾਂ ਬਿੱਲਾਂ ਦਾ, ਇਹਨਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇੱਕ ਮਤਾ ਰੱਖਣਾ ਚਾਹੀਦਾ ਪੰਜਾਬ ਵਿਧਾਨ ਸਭਾ। ਨਾਲੇ ਸਾਰੀਆਂ ਪਾਰਟੀਆਂ ਦਾ ਪੱਖ ਪਤਾ ਲੱਗ ਜੂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਦੋਗਲੀ ਨੀਤੀ ਖੇਡ ਰਿਹਾ ਇਸ ਵਕਤ, ਨਾਲੇ ਦਿੱਲੀ ਬੈਠੇ ਹਰਸਿਮਰਤ ਕੌਰ ਜੀ ਬਾਦਲ ਉਹਨਾਂ ਸਾਰੇ ਆਰਡੀਨੈਂਸਾਂ ਨੂੰ ਸਾਈਨ ਕਰੀ ਜਾਂਦੇ ਨੇ। ਆ ਜਿਹੜਾ ਪ੍ਰਪੋਜ਼ਡ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ 2020 ਨਾਲੇ ਇਹਨੂੰ ਪ੍ਰਵਾਨਗੀ ਦੇਈ ਜਾਂਦੇ ਨੇ, ਤੇ ਨਾਲੇ ਪੰਜਾਬ ਵਿੱਚ ਅਕਾਲੀ ਦਲ ਇਹਨਾਂ ਗੱਲਾਂ ਦਾ ਵਿਰੋਧ ਕਰੀ ਜਾਂਦਾ ਵਾ। ਦੋਸਤੋ, ਅੱਜ ਮੈਂ ਤੁਹਾਡੇ ਨਾਲ 2 ਅਹਿਮ ਮਸਲਿਆਂ ਤੇ ਚਰਚਾ ਕਰਨੀ ਆ। ਇਹ ਜਿਹੜੇ 2 ਮਸਲੇ ਨੇ ਇਹ ਸਿੱਧਾ ਪੰਜਾਬ ਦੀ ਖੁਦਮੁਖਤਿਆਰੀ ਤੇ ਪੰਜਾਬ ਦੀ ਆਟੋਨਮੀ ਤੇ ਦੇਸ਼ ਦੇ ਫੈਡਰਲ ਢਾਂਚੇ ਤੇ ਬਹੁਤ ਵੱਡੇ ਹਮਲੇ ਨੇ ਮੋਦੀ ਸਾਹਿਬ ਦੀ ਸਰਕਾਰ ਵੱਲੋਂ। ਆਪਾਂ ਸਭ ਨੂੰ ਪਤਾ ਵਾ ਕਿ ਪਹਿਲਾਂ GST ਜਿਹੜਾ ਬਿੱਲ ਪਾਸ ਹੋਇਆ ਉਸਨੇ ਸਾਰੇ ਸੂਬਿਆਂ ਦੇ ਵਿੱਤੀ ਅਧਿਕਾਰ ਖੋਲੇ ਨੇ। ਵਨ ਨੇਸ਼ਨ ਵਨ ਟੈਕਸ ਇਸ ਆੜ ਵਿੱਚ ਅੱਜ ਸਟੇਟਸ ਜਿਹੜੀਆਂ ਨੇ ਉਹ ਆਲਮੋਸਟ ਗਲੋਰੀਫਾਈਡ ਮਿਊਨਿਸਪੈਲਿਟੀਆਂ ਬਣ ਕੇ ਰਹਿ ਗਈਆਂ ਨੇ, ਤੇ 2 ਵੱਡੇ ਹੁਣ ਹਮਲੇ ਹੋਰ ਆ ਰਹੇ ਨੇ। ਇੱਕ ਤੁਸੀਂ ਸਭ ਨੇ ਸੁਣ ਰਿਹਾ ਕਿ ਜਿਹੜੇ 3 ਐਂਟੀ ਫਾਰਮਰ ਆਰਡੀਨੈਂਸਸ ਪਾਸ ਕੀਤੇ ਨੇ BJP ਨੇ, ਉਹਦੇ ਵਿੱਚ ਕਿਸ ਤਰ੍ਹਾਂ ਨਾਲ ਪ੍ਰਾਈਵੇਟ ਸੈਕਟਰ ਨੂੰ ਅਧਿਕਾਰ ਦਿੱਤੇ ਜਾ ਰਹੇ ਨੇ ਖੇਤੀ ਦੀ ਪ੍ਰੋਕਿਉਰਮੈਂਟ ਵਿੱਚ ਆਣ ਕੇ, ਕਿਸ ਤਰ੍ਹਾਂ APMC ਐਕਟ ਨੂੰ ਅਬੋਲਿਸ਼ ਕਰਕੇ ਜਿਹੜਾ ਸੂਬਿਆਂ ਨੂੰ ਰੈਵਨਿਊ ਆਉਂਦੀ ਸੀ ਸਾਡੇ ਪੰਜਾਬ ਮੰਡੀ ਬੋਰਡ ਨੂੰ ਸੈਂਕੜੇ ਕਰੋੜ ਰੁਪਇਆ, ਕਿਉਂਕਿ ਹਰ ਕੁਇੰਟਲ ਚੋਂ ਆਲਮੋਸਟ 150 ਰੁਪਇਆ ਕੁਇੰਟਲ ਦਾ ਪੰਜਾਬ ਸਰਕਾਰ ਦੇ ਮੰਡੀ ਬੋਰਡ ਦੇ ਖਾਤੇ ਵਿੱਚ ਆਉਂਦਾ ਸੀ। ਕਿਸਾਨ ਤੋਂ ਨਹੀਂ ਸੀ ਕੱਟਿਆ ਜਾਂਦਾ। 3% ਰੂਰਲ ਡਿਵੈਲਪਮੈਂਟ ਫੀਸ, 3% ਮਾਰਕੀਟ ਕਮੇਟੀ ਫੀਸ ਗਵਰਨਮੈਂਟ ਆਫ ਇੰਡੀਆ ਜਿਹੜੀ ਸੀਗੀ ਉਹ ਸਟੇਟ ਦੇ ਖਾਤੇ 'ਚ ਪਾਉਂਦੀ ਸੀਗੀ, ਔਰ ਉਹਦੇ ਨਾਲ ਰੂਰਲ ਡਿਵੈਲਪਮੈਂਟ ਦਾ ਕੰਮ ਕਾਫੀ ਹੱਦ ਤੱਕ ਲਿੰਕ ਸੜਕਾਂ ਦੀ ਰਿਪੇਅਰ ਵਗੈਰਾ ਚੱਲਦੀ ਸੀ। ਇਸ ਨਾਲ ਉਹ ਸਾਰਾ ਅਬੋਲਿਸ਼ ਹੋ ਜਾਏਗਾ, ਔਰ MSP ਭਾਵਾਂ BJP ਦੀ ਸਰਕਾਰ ਕਿੰਨਾ ਹੀ ਕਹੀ ਜਾਵੇ ਕਿ ਨਹੀਂ ਖਤਮ ਕਰਾਂਗੇ, ਉਹ ਹੈ ਹੀ 3 ਸੂਬਿਆਂ ਦੇ ਕੋਲ ਪ੍ਰਚਲਿਤ ਹੈ ਇਸ ਵੇਲੇ। ਪੰਜਾਬ ਕੋਲ ਹੈ, ਹਰਿਆਣੇ ਕੋਲ ਹੈ MSP, ਤੇ ਉੱਤਰ ਪ੍ਰਦੇਸ਼ ਦੇ ਕੋਲ ਹੈ। ਅੱਜ ਉਹ ਕਹਿ ਰਹੇ ਨੇ, ਪਰ ਸਮਾਂ ਆਉਣ ਤੇ ਅੱਜ ਤੋਂ 3 ਸਾਲ 2 ਸਾਲ ਬਾਅਦ ਆਪਾਂ ਸਭ ਨੂੰ ਪਤਾ ਵਾ ਕਿ ਕ੍ਰੈਡੀਬਿਲਿਟੀ ਜਿਹੜੀ ਇੰਡੀਅਨ ਪੋਲੀਟੀਸ਼ੀਅਨਸ ਦੀ ਉਹ ਬਹੁਤ ਪੂਅਰ ਹੈ। ਜਿਹੜਾ ਦੇਸ਼ ਇੱਕ ਨੈਸ਼ਨਲ ਕਮਿਟਮੈਂਟ ਜਿਹੜੀ ਕੀਤੀ ਸੀ ਜੰਮੂ ਕਸ਼ਮੀਰ ਦੇ ਨਾਲ, ਉਹ ਸਟੇਟ ਨੂੰ ਤੋੜ ਕੇ 2 ਟੋਟੇ ਕਰਕੇ ਉਹਦੀ ਯੂਨੀਅਨ ਟੈਰੀਟਰੀਜ਼ ਬਣਾ ਸਕਦੀ ਹੈ, ਤੇ ਉਹ MSP ਖੋਣ ਲੱਗੇ ਤਾਂ 5 ਮਿੰਟ ਵੀ ਨਹੀਂ ਲਾਉਣਗੇ। ਦੂਸਰਾ ਮਸਲਾ ਜਿਹੜਾ ਹੈਗਾ ਲੇਟੈਸਟ ਆ ਰਿਹਾ, ਉਹ ਹੈਗਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020। ਇਹ ਜਿਹੜਾ ਆਗਾਮੀ ਮੌਨਸੂਨ ਸੈਸ਼ਨ ਹੈ ਪਾਰਲੀਮੈਂਟ ਦਾ, ਇਹ ਦੋਨੋਂ ਵੱਡੇ ਇਸ਼ੂਜ਼ BJP ਦੀ ਸਰਕਾਰ ਦਿੱਲੀ ਵਿੱਚ ਬੈਠ ਕੇ ਇਹ ਪਾਸ ਕਰਾਵੇਗੀ। ਇਸ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਨਾਲ ਜਿਹੜਾ ਸੂਬਿਆਂ ਦੇ ਕੋਲ ਪਾਵਰ ਸੈਕਟਰ ਦੇ ਵਿੱਚ ਅਧਿਕਾਰ ਆ, ਉਹਨਾਂ ਦੇ ਉੱਤੇ ਡਾਕਾ ਸਾਡੇ ਰੈਗੂਲੇਟਰ ਲਾਉਣ ਦਾ ਜਿਹੜਾ ਅਧਿਕਾਰ ਹੈ ਉਹ ਸਾਡੇ ਕੋਲ ਖੋਇਆ ਜਾਵੇਗਾ। ਉਹ ਕੇਂਦਰ ਸਰਕਾਰ ਇੱਕ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਦੀ ਅਧੀਨਗੀ ਦੇ ਵਿੱਚ ਇੱਕ ਕਮੇਟੀ ਬਣਾਵੇਗੀ। ਸਾਰੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਪਾਵਰ ਰੈਗੂਲੇਟਰਸ ਉਹ ਅਪਾਇੰਟ ਕਰਿਆ ਕਰਨਗੇ। ਅੱਜ ਅਸੀਂ ਪਾਵਰ ਰੈਗੂਲੇਟਰ ਆਪਣਾ ਅਪਾਇੰਟ ਕਰਦੇ ਹਾਂ। ਆਪਣੇ ਪਾਵਰ ਰੈਗੂਲੇਟਰ ਨੂੰ ਪੰਜਾਬ ਦੀ ਸਥਿਤੀ ਦਾ ਪਤਾ ਵਾ ਕਿ ਕਿੰਨੀ ਬਿਜਲੀ ਦੀਆਂ ਦਰਾਂ ਵਧਾਉਣੀਆਂ ਚਾਹੀਦੀਆਂ, ਕਿੰਨੀਆਂ ਜਾਇਜ਼ ਨੇ, ਕਿੰਨੀਆਂ ਨਜਾਇਜ਼ ਨੇ। ਉਹ ਫਿਰ ਦਿੱਲੀ ਬੈਠੇ ਹੁਕਮ ਮਾਰਿਆ ਕਰਨਗੇ ਕਿ ਇੰਨਾ ਅਸੀਂ ਟੈਰਿਫ ਵਧਾਤਾ। ਔਰ ਇਹ ਸਾਰਾ ਕੁਝ ਜਿਹੜਾ ਪ੍ਰਪੋਜ਼ਡ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਆ, ਇਹ ਬੇਸਿਕਲੀ ਇਹਦਾ ਜਿਹੜਾ ਇੱਕ ਹੋਰ ਵੱਡਾ ਰੈਮੀਫਿਕੇਸ਼ਨ ਆ ਕਿ ਕੇਂਦਰ ਸਰਕਾਰ ਕਹਿਣ ਜਾ ਰਹੀ ਆ ਕਿ ਜਿਹੜੇ ਸੂਬੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਸਬਸਿਡੀ ਦਿੰਦੀ, ਜਿੱਦਾਂ ਪੰਜਾਬ ਟਿਊਬਵੈਲਸ ਦੀ ਮੁਫਤ ਬਿਜਲੀ ਦੀ ਸਬਸਿਡੀ ਦਿੰਦਾ, ਉਹ ਕੇਂਦਰ ਸਰਕਾਰ ਇਸ ਅਮੈਂਡਮੈਂਟ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਆ ਉਹਨੂੰ ਖਤਮ ਕਰਨ ਜਾ ਰਹੀ ਹੈ। ਉਹਨੂੰ ਰਿਪਲੇਸ ਕਰਨ ਲੱਗੇ ਨੇ DBT, ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਯਾਨੀ ਕਿ ਤੁਸੀਂ ਕਿਸਾਨਾਂ ਨੂੰ ਅਗਰ ਸਬਸਿਡੀ ਦੇਣਾ ਚਾਹੁੰਦੇ ਹੋ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਓ,
ਜਿਹੜੀ ਸਟੇਟ ਪੰਜਾਬ ਵਰਗੀ ਸਟੇਟ ਆਪਣੇ ਬਿਜਲੀ ਬੋਰਡ ਦਾ 8000 ਕਰੋੜ ਰੁਪਇਆ ਅਦਾ ਨਹੀਂ ਕਰ ਸਕਦੀ, ਉਹਦਾ ਡਿਫਾਲਟ ਪੇਮੈਂਟ ਹੈ ਜਿਹੜੀ ਸਬਸਿਡੀ ਜਾਰੀ ਹੈ ਫ੍ਰੀ ਬਿਜਲੀ ਕਿਸਾਨਾਂ ਨੂੰ, ਉਹ ਹਰ ਕਿਸਾਨ ਦੇ ਅਕਾਊਂਟ ਵਿੱਚ ਪੈਸੇ ਕਿੱਥੋਂ ਪਾਵੇਗੀ? ਸਾਡੇ ਕੋਲ ਪੈਸੇ ਹੀ ਹੈ ਨਹੀਂਗੇ। ਔਰ ਇਹਦੇ 'ਚ ਇੱਕ ਹੋਰ ਸ਼ਰਤ ਰੱਖੀ ਆ ਉਹਨਾਂ ਨੇ ਕਿ ਇਹ ਜਿਹੜਾ ਅਸੀਂ ਬਿੱਲ ਇਸ ਕਰਕੇ ਲੈ ਕੇ ਆ ਰਹੇ ਹਾਂ, ਇਹ ਸਬਸਿਡੀ ਕਿਸਾਨਾਂ ਨੂੰ ਬਿਜਲੀ ਦੀ ਜਾਂ ਹੋਰ ਤਰ੍ਹਾਂ ਦੀ ਸਬਸਿਡੀ ਖਤਮ ਕਰਨੀ ਪਵੇਗੀ ਤੇ ਡੀਬੀਟੀ ਕਰਨਾ ਪਵੇਗਾ, ਕਿਉਂਕਿ ਅਗਰ ਸਟੇਟਸ ਆਪਣੀ ਬੋਰੋਇੰਗ ਲਿਮਿਟ ਵਧਾਉਣਾ ਚਾਹੁੰਦੇ ਨੇ, ਅਗਰ ਕਰਜ਼ੇ ਦੀ ਲਿਮਿਟ ਉਹ ਥੋੜੀ ਜਿਹੀ ਵਧਾਉਣਾ ਚਾਹੁੰਦੇ ਨੇ, ਫਿਰ ਉਹਨਾਂ ਨੂੰ ਸਾਡੀ ਇਹ ਅਮੈਂਡਮੈਂਟ ਪਾਸ ਕਰਨੀ ਪਵੇਗੀ ਆਪਣੀ ਕੈਬਨਿਟ ਵਿੱਚ। ਔਰ ਇਸ ਵਕਤ ਕੀ ਆ ਕਿ ਜਿਹੜੀ ਸਟੇਟ ਦਾ ਸਟੇਟ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈਗਾ GSDP, ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਉਹਦਾ 3% ਤੱਕ ਤੁਸੀਂ ਕਰਜ਼ਾ ਚੱਕ ਸਕਦੇ ਹੋ। ਅੱਜ ਪੰਜਾਬ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੀ ਹੈ, ਇਹਨੂੰ ਹੋਰ ਕਰਜ਼ੇ ਦੀ ਲੋੜ ਆ। ਤਾਂ ਉਹਨਾਂ ਨੇ ਕਿਹਾ ਜੇ ਤੁਸੀਂ ਕਰਜ਼ਾ ਹੋਰ 3 ਤੋਂ ਵਧਾ ਕੇ 5% ਇਹ ਲਿਮਿਟ ਕਰਨਾ ਚਾਹੁੰਦੇ ਹੋ GSDP ਦੀ, ਤੁਹਾਨੂੰ ਇਹ ਸਾਡੀਆਂ ਸ਼ਰਤਾਂ ਪ੍ਰਵਾਨ ਕਰਨੀਆਂ ਪੈਣੀਆਂ, ਕੈਬਨਿਟ ਵਿੱਚ ਪਾਸ ਕਰਨੀਆਂ ਪੈਣੀਆਂ, ਸੂਬਿਆਂ ਨੂੰ ਆਪਣੀ ਵਿਧਾਨ ਸਭਾ ਦੇ ਵਿੱਚ ਪਾਸ ਕਰਨੀਆਂ ਪੈਣਗੀਆਂ। ਔਰ ਅਫਸੋਸ ਦੀ ਗੱਲ ਆ ਕਿ ਕੈਪਟਨ ਸਾਹਿਬ ਨੇ ਇੱਕ ਵਾਰ ਘਬਰਾ ਕੇ ਇਹ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਪ੍ਰਪੋਜ਼ਡ ਬਿੱਲ ਹੈ 2020, ਇਹਨੂੰ ਆਪਣੀ ਕੈਬਨਿਟ 'ਚ ਪਾਸ ਕਰ ਚੁੱਕੇ ਨੇ। ਤੁਹਾਨੂੰ ਯਾਦ ਹੈ ਕਿ ਉਹਨਾਂ ਨੇ ਆਪਣੀ ਕੈਬਨਿਟ 'ਚ ਇਸ ਨੂੰ ਪ੍ਰਵਾਨਗੀ ਦਿੱਤੀ ਤੇ ਬਾਅਦ 'ਚ ਬਹੁਤ ਹਾਹਾਕਾਰ ਮਚੀ ਕਿ ਕਿਸਾਨਾਂ ਦੀ ਜਿਹੜੀ ਪਾਵਰ ਸਬਸਿਡੀ ਆ ਬਿੱਲਾਂ ਦੀ, ਇਹ ਜਿਹੜੀ ਮੁਫਤ ਬਿਜਲੀ ਆ, ਇਹਦਾ ਵਿਰੋਧ ਹੋਇਆ, ਕਿਸਾਨ ਜਥੇਬੰਦੀਆਂ ਵੱਲੋਂ ਹੋਇਆ, ਪੋਲੀਟੀਕਲ ਪਾਰਟੀਆਂ ਵੱਲੋਂ ਹੋਇਆ, ਤੇ ਕੈਪਟਨ ਸਾਹਿਬ ਨੇ ਆਪਣੇ ਟਵਿੱਟਰ ਅਕਾਊਂਟ ਤੇ ਜਾ ਕੇ ਟਵੀਟ ਕੀਤਾ ਵਾ ਕਿ ਮੈਂ ਯਕੀਨ ਦਿਵਾਉਣਾ ਚਾਹੁੰਦਾ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਹਾਡੀ ਮੁਫਤ ਬਿਜਲੀ ਜਿਹੜੀ ਟਿਊਬਵੈੱਲ 'ਚ ਖਤਮ ਨਹੀਂ ਕੀਤੀ ਜਾਵੇਗੀ। ਉਹ ਇੱਕ ਟਵਿੱਟਰ ਟਵੀਟ ਹੈ, ਜਦਕਿ ਫੈਸਲਾ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਉਸ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਇਸ ਲਈ ਜੇ ਤਾਂ ਪੰਜਾਬ ਦੇ ਹਕੂਕ ਨੂੰ ਵਾਕਈ ਡਿਫੈਂਡ ਕਰਨਾ ਕੈਪਟਨ ਸਾਹਿਬ ਚਾਹੁੰਦੇ ਨੇ, ਔਰ ਮੈਂ ਸਮਝਦਾ ਕਿ ਉਹ ਚਾਹੁੰਦੇ ਨੇ ਕਰਨਾ, ਉਹ ਪਹਿਲਾਂ ਉਹਨਾਂ ਨੇ ਆਪਣੇ ਪਾਣੀਆਂ ਤੇ ਅੱਛਾ ਸਟੈਂਡ ਲਿਆ, ਉਹਨਾਂ ਦਾ ਇੱਕ ਪੰਜਾਬ ਪੱਖੀ ਰਵੱਈਆ ਸਾਨੂੰ ਨਜ਼ਰ ਆਉਂਦਾ ਵਾ। ਅਗਰ ਵਾਕਈ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਇਮੀਡੀਏਟਲੀ ਇੱਕ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੱਦਣਾ ਚਾਹੀਦਾ, ਸਿਰਫ 2 ਮੁੱਦਿਆਂ ਦੇ ਉੱਤੇ, ਪ੍ਰਪੋਜ਼ਡ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਤੇ ਜਿਹੜੇ 3 ਆਰਡੀਨੈਂਸਸ ਐਂਟੀ ਫਾਰਮਰ, ਐਂਟੀ ਪੰਜਾਬ ਔਰ ਫੈਡਰਲ ਢਾਂਚੇ ਉੱਤੇ ਵੱਡਾ ਹਮਲਾ ਨੇ ਦੋਨਾਂ ਬਿੱਲਾਂ ਦਾ, ਇਹਨਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇੱਕ ਮਤਾ ਰੱਖਣਾ ਚਾਹੀਦਾ ਪੰਜਾਬ ਵਿਧਾਨ ਸਭਾ। ਨਾਲੇ ਸਾਰੀਆਂ ਪਾਰਟੀਆਂ ਦਾ ਪੱਖ ਪਤਾ ਲੱਗ ਜੂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਦੋਗਲੀ ਨੀਤੀ ਖੇਡ ਰਿਹਾ ਇਸ ਵਕਤ, ਨਾਲੇ ਦਿੱਲੀ ਬੈਠੇ ਹਰਸਿਮਰਤ ਕੌਰ ਜੀ ਬਾਦਲ ਉਹਨਾਂ ਸਾਰੇ ਆਰਡੀਨੈਂਸਾਂ ਨੂੰ ਸਾਈਨ ਕਰੀ ਜਾਂਦੇ ਨੇ, ਆ ਜਿਹੜਾ ਪ੍ਰਪੋਜ਼ਡ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ 2020 ਨਾਲੇ ਇਹਨੂੰ ਪ੍ਰਵਾਨਗੀ ਦੇਈ ਜਾਂਦੇ ਨੇ, ਤੇ ਨਾਲੇ ਪੰਜਾਬ ਵਿੱਚ ਅਕਾਲੀ ਦਲ ਇਹਨਾਂ ਗੱਲਾਂ ਦਾ ਵਿਰੋਧ ਕਰੀ ਜਾਂਦਾ ਵਾ। ਇਹ ਡਬਲ ਸਟੈਂਡਰਡਸ ਨੇ ਪੋਲਿਟਿਕਸ ਵਿੱਚ। ਨਾਲੇ ਇਹਨਾਂ ਦਾ ਪਤਾ ਲੱਗ ਜੂਗਾ ਕਿ ਕੀ ਇਹ ਉਹਨਾਂ ਆਰਡੀਨੈਂਸ ਦੇ ਖਿਲਾਫ ਤੇ ਅਮੈਂਡਮੈਂਟ ਬਿੱਲ ਦੇ ਖਿਲਾਫ ਵੋਟ ਪਾਉਂਦੇ ਨੇ। ਜੇ ਐਬਸਟੇਨ ਕਰਦੇ ਨੇ, ਗੈਰ ਹਾਜ਼ਰ ਰਹਿੰਦੇ ਨੇ, ਤਾਂ ਵੀ ਚੋਰ ਨੇ, ਤੇ ਜੇ ਉਸ ਜੇ ਮਤੇ ਦਾ ਵਿਰੋਧ ਕਰਦੇ ਨੇ ਤੇ ਤਾਂ ਵੀ ਇਹਦਾ ਮਤਲਬ ਉਹਨਾਂ ਦਾ ਚਿਹਰਾ ਪਰਦਾ ਫਾਸ਼ ਹੋਵੇਗਾ। ਇਹ ਬਹੁਤ ਲਾਜ਼ਮੀ ਆ। ਇਸ ਤੋਂ ਪਹਿਲਾਂ ਕਿ ਮੌਨਸੂਨ ਸੈਸ਼ਨ ਦੇ ਵਿੱਚ ਪਾਰਲੀਮੈਂਟ ਵਿੱਚ ਇਹ ਬਿੱਲ ਪਾਸ ਹੋ ਜਾਣ, ਇਹ ਕਾਨੂੰਨ ਬਣ ਜਾਣ, ਦੋਨੋਂ ਇਲੈਕਟ੍ਰਿਸਿਟੀ ਰਿਫਾਰਮਸ ਅਮੈਂਡਮੈਂਟ ਬਿੱਲ 2020 ਐਂਡ ਜਿਹੜੇ 3 ਆਰਡੀਨੈਂਸਸ ਪਾਸ ਕੀਤੇ ਨੇ ਬੀਜੇਪੀ ਗਵਰਨਮੈਂਟ ਨੇ, ਕਾਨੂੰਨ ਬਣਨ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦਾ 1 ਦਿਨ ਦਾ ਸੈਸ਼ਨ ਬੁਲਾ ਕੇ ਇਹਦੇ ਤੇ ਚਰਚਾ ਤੇ ਬਹਿਸ ਕਰਾਉਣ ਤੋਂ ਬਾਅਦ ਇੱਕ ਮਤਾ ਪਾਸ ਕੀਤਾ ਜਾਣਾ ਚਾਹੀਦਾ। ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਪੱਖ ਹੈਗਾ ਤੁਹਾਨੂੰ ਉਹ ਸਾਫ਼-ਸਾਫ਼ ਨਜ਼ਰ ਆਉਣ ਲੱਗ ਜਾਏਗਾ ਕਿ ਕਿਹੜੀ ਪਾਰਟੀ ਪੰਜਾਬ ਪੱਖੀ ਆ, ਕਿਹੜੇ ਵਿਧਾਇਕ ਪੰਜਾਬ ਪੱਖੀ ਨੇ ਤੇ ਕਿਹੜੇ ਵਿਧਾਇਕ ਦੋਗਲੀ ਨੀਤੀ ਖੇਡਦੇ ਨੇ ਤੇ ਪੰਜਾਬ ਦੇ ਹਕੂਕ ਦੇ ਉੱਤੇ ਜਿਹੜੇ ਡਾਕਾ ਮਾਰਨ ਜਾ ਰਹੇ ਨੇ ਉਹਨਾਂ ਦਾ ਸਾਥ ਦਿੰਦੇ ਨੇ। ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਅੱਜ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਕੋਲ ਕੋਈ ਖਾਸ ਅਧਿਕਾਰ ਨਹੀਂ ਗਾ। ਸਾਡੀ ਐਜੂਕੇਸ਼ਨ ਦੀ ਨੀਤੀ ਦਿੱਲੀੋਂ ਬਣਦੀ ਆ, ਸਾਡੀ ਹੈਲਥ ਕੇਅਰ ਦੀ ਨੀਤੀ ਦਿੱਲੀੋਂ ਬਣਦੀ ਆ, ਸਾਡੀ ਲੇਬਰ ਦੇ ਲਾਜ਼ ਮਨਰੇਗਾ ਵਗੈਰਾ ਦਿੱਲੀੋਂ ਬਣਦੇ ਨੇ, ਸਾਡੀਆਂ ਸੜਕਾਂ ਟੋਟਲ ਨੈਸ਼ਨਲ ਹਾਈਵੇਜ਼ ਤੋਂ ਲੈ ਕੇ ਪਲਾਨ ਰੋਡਸ ਤੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਸਿਰਫ ਲਿੰਕ ਰੋਡਸ ਰਹਿ ਗਏ ਜਿਹੜੀ ਪਿੰਡੂ ਸੜਕਾਂ ਨੇ ਛੋਟੀਆਂ, ਉਹ ਸਿਰਫ ਪੰਜਾਬ ਦੀ ਸਟੇਟ ਦੇ ਕੋਲ ਰਹਿ ਗਈਆਂ ਨੇ। ਇਸ ਤੋਂ ਇਲਾਵਾ ਜਿੰਨੇ ਵੀ ਅਧਿਕਾਰ ਉਹ ਸਾਰਾ ਹੌਲੀ ਕਰਕੇ, ਪਹਿਲਾਂ ਆਫਟਰ ਆਲ ਕਾਂਗਰਸ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਪਰ ਉਹ ਫਿਰ ਵੀ ਥੋੜਾ ਬਹੁਤਾ ਬਚ ਕੇ ਚੱਲਦੇ ਸੀ ਕਿ ਹਾਹਾਕਾਰ ਮਚੇਗੀ। ਲੇਕਿਨ ਪਿਛਲੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਇਹਨਾਂ ਨੇ ਬਿਲਕੁਲ ਇਸ ਸਿਸਟਮ ਨੂੰ ਫੈਡਰਲ ਢਾਂਚੇ ਤੋਂ ਬਦਲ ਕੇ ਯੂਨਿਟਰੀ ਫਾਰਮ ਆਫ ਗਵਰਨਮੈਂਟ ਵੱਲ ਨੂੰ ਲੈ ਕੇ ਜਾ ਰਹੇ ਨੇ ਔਰ ਉਹਦਾ ਨੁਕਸਾਨ ਸਟੇਟਸ ਨੂੰ ਹੁੰਦਾ। ਜਦੋਂ ਸਟੇਟਸ ਨੂੰ ਹੁੰਦਾ ਉਦੋਂ ਅਲਟੀਮੇਟਲੀ ਬਸ਼ਿੰਦਿਆਂ ਦੇ ਉੱਤੇ ਨੁਕਸਾਨ ਹੁੰਦਾ ਸਿੱਧਾ। ਉਹਦਾ ਡਾਇਰੈਕਟ ਜਿਹੜਾ ਅਸਰ ਆ ਉਹ ਆਮ ਨਾਗਰਿਕ ਤੇ ਪੈਂਦਾ ਵਾ। ਜਦ ਸਟੇਟ ਦੇ ਕੋਲ ਕੋਈ ਅਧਿਕਾਰ ਹੀ ਨਹੀਂ ਰਹਿਣਾ, ਸਟੇਟ ਦੇ ਕੋਲ ਕੋਈ ਪੈਸਾ ਹੀ ਨਹੀਂ ਰਹਿਣਾ, ਸਟੇਟ ਦੇ ਕੋਲ ਕੋਈ ਨੀਤੀ ਨਹੀਂ ਰਹਿਣੀ, ਨਾ ਅਸੀਂ ਆਪਣਾ ਵਿਰਸਾ ਪੜ੍ਹਾ ਸਕਦੇ ਹਾਂ,
ਨਾ ਅਸੀਂ ਆਪਣਾ ਇਲਾਜ ਦੀ ਪ੍ਰਣਾਲੀ ਨੂੰ ਆਪਣੇ ਅਨੁਕੂਲ ਚਲਾ ਸਕਦੇ ਹਾਂ, ਨਾ ਅਸੀਂ ਆਪਣੀ ਲੇਬਰ ਨੂੰ ਆਪਣੇ ਅਨੁਕੂਲ। ਜਦੋਂ ਤੁਸੀਂ ਸਾਰੇ ਦੇਸ਼ ਵਿੱਚ ਇੱਕ ਕਾਨੂੰਨ ਲਾਗੂ ਕਰ ਰਹੇ ਹੋ ਤੇ ਹਰ ਸਟੇਟ ਦੀ ਤੇ ਹਰ ਸੂਬੇ ਦੇ ਅਲੱਗਾ ਡਿਮਾਂਡਸ ਨੇ, ਅਲੱਗਾ ਵਾਤਾਵਰਨ ਹੈ, ਅਲੱਗਾ ਉਹਨਾਂ ਦੀਆਂ ਭਾਵਨਾਵਾਂ ਨੇ, ਤੁਸੀਂ ਇਕਸਾਰਤਾ ਤਾਂ ਕਰ ਹੀ ਨਹੀਂ ਸਕਦੇ। ਔਰ ਫੈਡਰਲ ਢਾਂਚਾ ਅਮਰੀਕਾ ਨੇ, ਕੈਨੇਡਾ ਨੇ ਸਾਰੀ ਸਟੇਟਸ ਨੂੰ ਟੋਟਲ ਆਟੋਨਮੀ ਦਿੱਤੀ ਹੋਈ ਹੈ, ਬਲਕਿ ਥੱਲੇ ਕਾਉਂਟੀਜ਼ ਤੇ ਜ਼ਿਲ੍ਹਿਆਂ ਤੱਕ ਆਟੋਨਮੀ, ਬਲਕਿ ਮੇਅਰਸ ਤੱਕ ਬਹੁਤ ਆਟੋਨਮੀ ਹੈ। ਕਈ ਕਾਉਂਟੀਜ਼ ਦੇ ਮੇਅਰ ਜਿਹੜੇ ਨੇ ਉਹ ਇੰਨੇ ਇੰਡੀਪੈਂਡੈਂਟ ਨੇ ਕਿ ਉਹਨਾਂ ਦੀ ਆਪਣੀ ਪੁਲਿਸ ਫੋਰਸ ਆ, ਉਹ ਆਪਣਾ ਲਾਅ ਬਣਾ ਸਕਦੇ ਨੇ। ਇੱਕ ਛੋਟਾ ਜਿਹਾ ਸ਼ਹਿਰ ਤੇ ਸਾਡੇ ਜਿਹੜਾ 73ਵੀਂ ਤੇ 74ਵੀਂ ਕਨਸਟੀਟਿਊਸ਼ਨ ਵਿੱਚ ਸੋਧ ਕੀਤੀ ਸੀ ਰਾਜੀਵ ਗਾਂਧੀ ਨੇ, ਉਹ ਕਹਿਣ ਨੂੰ ਕਿ ਅਸੀਂ ਸਾਰੇ ਅਧਿਕਾਰ ਦੇ ਰਹੇ ਹਾਂ ਪੰਚਾਇਤ ਪ੍ਰਣਾਲੀ ਨੂੰ, ਮਿਊਨਿਸਪਲ ਕਮੇਟੀਆਂ ਨੂੰ, ਬਲਾਕ ਸੰਮਤੀਆਂ, ਜ਼ਿਲ੍ਹਾ ਪਰਿਸ਼ਦ। ਅੱਜ ਜਿੰਨੇ ਚੁਣੇ ਗਏ ਨੇ ਮੇਰੇ ਵੀਰ ਭੈਣ ਭਰਾ, ਉਹਨਾਂ ਨੂੰ ਪਤਾ ਵਾ ਸਵਾਏ ਚਾਹ ਦੇ ਕੱਪ ਤੋਂ ਇਹਨਾਂ ਦੇ ਕੋਲ ਇੱਕ ਨਵੇਂ ਪੈਸੇ ਦਾ ਅਧਿਕਾਰ ਨਹੀਂ। ਪੰਚਾਇਤਾਂ ਕਹਿਣ ਨੂੰ ਸਿਰਫ ਆਟੋਨਮਸ ਨੇ। ਇੱਕ ਸਰਪੰਚ ਨਾਲੋਂ ਪਾਵਰਫੁਲ ਜ਼ਿਆਦਾ ਪੰਚਾਇਤ ਸੈਕਟਰੀ ਆ ਤੇ BDO ਦਾ ਉਹਨਾਂ ਦਾ ਗੁਰੂ ਆ। ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ, ਕੋਈ ਮਨਮਰਜ਼ੀ ਦੇ ਨਾਲ ਉਹ ਆਪਣਾ ਕੰਮ ਨਹੀਂ ਕਰਾ ਸਕਦੇ। ਜੋ ਟੇਲਰ ਮੇਡ ਸਕੀਮਸ ਦਿੱਲੀੋਂ ਵਾਇਆ ਚੰਡੀਗੜ੍ਹ, ਉਹ ਸਿਰਫ ਉਹਨਾਂ ਨੂੰ ਲਾਗੂ ਕਰਨ 'ਚ ਲੱਗੇ ਰਹਿੰਦੇ ਨੇ। ਇਸ ਲਈ ਮੇਰੇ ਵੀਰੋ ਭੈਣੋ ਤੇ ਸਤਿਕਾਰਯੋਗ ਪੰਜਾਬ ਦੇ ਜਿੰਨੇ ਵੀ ਚਿੰਤਿਤ ਲੋਕ ਨੇ, ਤੁਹਾਨੂੰ ਸਭ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ। ਔਰ ਕੈਪਟਨ ਸਾਹਿਬ ਨੂੰ ਮੇਰੀ ਰਿਕੁਐਸਟ ਹੈ ਕਿ ਇਹ ਇੰਪੋਰਟੈਂਟ ਇਸ਼ੂਜ਼ ਨੇ, ਇਹਦੇ ਤੇ ਤੁਹਾਨੂੰ ਇੱਕ ਸੈਸ਼ਨ ਬੁਲਾ ਕੇ ਤੇ ਇਹਨਾਂ ਗੱਲਾਂ ਦਾ ਵਿਰੋਧ ਕਰਨਾ ਚਾਹੀਦਾ, ਤਾਂ ਕਿ ਸਾਡੇ ਸਟੇਟ ਦੇ ਅਧਿਕਾਰ ਬਚੇ ਰਹਿਣ, ਸਾਡੀ ਆਇਡੈਂਟੀਟੀ ਬਚੀ ਰਵੇ। ਪੰਜਾਬ ਇਜ਼ ਨਾਟ ਅ ਨਾਰਮਲ ਸਟੇਟ, ਇਟ ਇਜ਼ ਅਨਲਾਈਕ ਦੀ ਰੈਸਟ ਆਫ ਦ ਸਟੇਟਸ ਆਫ ਦ ਕੰਟਰੀ। It has a separate identity, it has a separate political issues, separate social and religious issues. These need to be defended very very strongly. ਉਮੀਦ ਕਰਦਾ ਕਿ ਤੁਸੀਂ ਸਾਰੇ ਜਿਹੜੇ ਇਸ ਨੂੰ ਠੀਕ ਸਮਝਦੇ ਹੋ ਸ਼ੇਅਰ ਵੀ ਕਰੋਗੇ, ਔਰ ਕਮੈਂਟ ਕ੍ਰਿਟਿਸਿਜ਼ਮ ਜ਼ਰੂਰ ਕਰੋ, ਅੱਛੇ ਸ਼ਬਦਾਂ ਵਿੱਚ ਕਰੋ, ਤਾਂ ਕਿ ਅੱਛੇ ਸ਼ਬਦਾਂ 'ਚ ਅਸੀਂ ਜਵਾਬ ਦੇ ਸਕੇ। ਜਿਹੜੇ ਬਹੁਤ ਗਾਲੀ ਗਲੋਚ ਕਰਦੇ ਆ, ਉਹ ਸਮਝ ਲਓ ਕਿ ਤੁਸੀਂ ਆਪਣੀਆਂ ਮਾਵਾਂ ਭੈਣਾਂ ਨੂੰ ਆਪ ਹੀ ਗਾਲਾਂ ਕੱਢ ਰਹੇ ਹੋ। ਧੰਨਵਾਦ। ਸੁਖਪਾਲ ਸਿੰਘ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।